सतगुर प्यारा मेरे नाल है, मेरे नाल है, मेरे नाल है, मेरे नाल है प्यारा मेरे नाल है। दया मेरे साईं तुम करो दया मेरे साईं, तुम करो दया मेरे साईं। ऐसी मत दीजे मेरे ठाकुर, सो वड्डा जिन राम ली बुलाए। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਜਗਜੀਤ ਸਿੰਘ ਡੱਲ। ਅੱਜ ਪਹੁੰਚੇ ਹੋਏ ਹਾਂ ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਕ ਪਿੰਡ ਪਹੂਵਿੰਡ ਸਾਹਿਬ ਵਿਖੇ, ਜਿੱਥੋਂ ਦੇ ਕਿ ਇੱਕ ਗੁਰੂ ਘਰ ਨੂੰ ਬੜਾ ਜਿਹੜਾ ਪਿਆਰ ਤੇ ਸਤਿਕਾਰ ਕਰਨ ਵਾਲਾ ਪਰਿਵਾਰ ਆ, ਤੇ ਉਹਨਾਂ ਦੇ ਕੋਲ ਅਸੀਂ ਪਹੁੰਚੇ ਹੋਏ ਹਾਂ, ਜਿਨ੍ਹਾਂ ਦੀ ਇੱਕ ਬੇਟੀ ਗਗਨਦੀਪ ਕੌਰ, ਜੋ ਕਿ ਕੀਰਤਨ ਦੀ ਜਿਹੜੀ ਉਹ ਗੁਰਬਾਣੀ ਨੂੰ ਪੜ੍ਹ ਕੇ ਤੇ ਬੜਾ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਸ਼ਹਿਰ, ਜ਼ਿਲ੍ਹਾ ਤੇ ਪੰਜਾਬ ਦਾ ਨਾਮ ਉੱਚਾ ਕਰ ਰਹੇ ਆ। ਸੋ ਪਰਿਵਾਰ ਦੇ ਕੋਲ ਪਹੁੰਚੇ ਹੋਏ ਆ। ਸਾਰੇ ਹੀ ਪਰਿਵਾਰ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਸ ਭੈਣ ਨਾਲ ਤੁਹਾਨੂੰ ਅੱਜ ਮਿਲਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਭੈਣ ਜੀ, ਅਸੀਂ ਆਪਣੇ ਚੈਨਲ ਤੇ ਤੁਹਾਡਾ ਜਿਹੜਾ ਉਹ ਬਹੁਤ ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਟਾਈਮ ਸਾਨੂੰ ਦਿੱਤਾ। ਧੰਨਵਾਦ। ਤੇ ਸਭ ਤੋਂ ਪਹਿਲਾਂ ਆਪਾਂ ਇੱਕ ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਵੀ ਤੁਹਾਡਾ ਨਾਮ, ਤੁਹਾਡਾ ਪਿੰਡ। ਜੀ ਮੇਰਾ ਨਾਮ ਗਗਨਦੀਪ ਕੌਰ ਖਾਲਸਾ ਤੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਪਿੰਡ ਪਹੂਵਿੰਡ ਸਾਹਿਬ ਦੇ ਵਿੱਚ ਸਾਡਾ ਜਨਮ ਹੋਇਆ ਹੈ। ਤੇ ਬੜੀ ਕਿਰਪਾ ਬਾਬਾ ਦੀਪ ਸਿੰਘ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰੀ ਵਰਲਡ ਦੇ ਵਿੱਚ ਪਤਾ ਹੈ ਕਿ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਦਾ ਬੜਾ ਨਾਮ ਹੈ, ਬੜੀ ਕਿਰਪਾ ਹੈ ਨਗਰ ਦੇ ਵਿੱਚ। ਖਾਲਸਾ ਜਿਹੜਾ ਨਾਮ ਉਹ ਕਿਸ ਤਰ੍ਹਾਂ ਜੁੜ ਗਿਆ? ਜੀ ਖਾਲਸਾ ਪਹਿਲਾਂ ਤੁਸੀਂ ਗਗਨਦੀਪ ਕੌਰ ਸੀ, ਫਿਰ ਖਾਲਸਾ ਜੁੜ ਗਿਆ। ਕਿਹੜੇ ਜਿਹੜੇ ਕਿਸ ਤਰ੍ਹਾਂ ਤੁਹਾਨੂੰ ਮਨ ਦੇ ਵਿੱਚ ਆਇਆ ਕਿ ਜਿਹੜੀ ਆ ਉਹ ਗੁਰੂ ਦੀ ਗੁਰਬਾਣੀ ਦੇ ਨਾਲ ਅਸੀਂ ਜੁੜੀਏ? ਕਿਸ ਤਰ੍ਹਾਂ ਮਨ ਦੇ ਵਿੱਚ ਆਇਆ? ਇਹ ਜੀ ਇੱਕ ਬੜੀ ਹੀ ਕਹਿ ਲਓ ਕਿ ਬੜੀ ਦੁੱਖ ਘਟਨਾ ਜਿਹੜੀ ਸਾਡੇ ਨਾਲ, ਸਾਡੇ ਪਰਿਵਾਰ ਦੇ ਨਾਲ ਜਿਹੜੀ ਬੀਤੀ ਏ। ਤੇ ਸਾਡੇ ਪਰਿਵਾਰ ਦੇ ਵਿੱਚੋਂ ਖਾਲਸਾ ਸ਼ਬਦ ਪਤਾ ਹੀ ਨਹੀਂ ਸੀਗਾ ਵੀ ਖਾਲਸਾ ਹੈ ਕੌਣ। ਕਹਿਣ ਤੋਂ ਭਾਵ ਕਿ ਛੋਟੀ ਜਿਹੀ ਉਮਰ ਸੀ, ਜਦੋਂ ਮੇਰੀ 7 ਸਾਲ ਦੀ ਉਮਰ ਸੀ ਤੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਬ੍ਰਦਰ ਨੇ, ਉਹਨਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਸੀ। ਔਰ ਸਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਥੋੜਾ ਜਿਹਾ ਮਤਲਬ ਕਿ ਇਸ ਜਿਹੜਾ ਮਤਲਬ ਕਿ ਉਲਝਣ ਦੇ ਵਿੱਚ ਫਸੇ ਹੋਏ ਸੀਗੇ ਕਿ ਉਹ ਥੋੜਾ ਜਿਹਾ ਸ਼ਰਾਬਾਂ ਦੇ ਵਿੱਚ ਮਤਲਬ ਕਿ ਨਸ਼ੇ ਪੱਤਿਆਂ ਦੇ ਵਿੱਚ ਲੱਗੇ ਹੋਏ ਸੀ। ਜਦੋਂ ਸਾਡੇ ਬ੍ਰਦਰ ਨੇ ਸੰਭਾਲਿਆ, ਆਪਣੇ ਆਪ ਨੂੰ ਸੰਭਾਲਿਆ, ਉਹਨਾਂ ਨੇ ਮੈਨੂੰ ਵੀ 7 ਸਾਲ ਦੀ ਉਮਰ ਦੇ ਵਿੱਚ ਮੈਨੂੰ ਵੀ ਚਾਅ ਉੱਠਿਆ। ਮੈਂ ਆਪਣੇ ਵੀਰ ਜੀ ਦੇ ਨਾਲ ਗੱਲ ਕਰਦੀ ਰਹਿਣਾ ਕਿ ਵੀਰ ਜੀ ਤੁਸੀਂ ਅੰਮ੍ਰਿਤ ਛਕਿਆ, ਮੈਨੂੰ ਵੀ ਛਕਾ ਦਿਓ। ਉਹਨਾਂ ਨੇ ਮੈਨੂੰ ਅੰਮ੍ਰਿਤ ਛਕਾ ਦਿੱਤਾ। ਫਿਰ ਹੌਲੀ ਹੌਲੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦਸਤਾਰ ਵੀ ਸਜਾ ਕੇ ਦਿਓ। ਜਦੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੰਮ੍ਰਿਤਪਾਨ ਕੀਤਾ, ਫਿਰ ਗਗਨਦੀਪ ਕੌਰ ਤੋਂ ਗਗਨਦੀਪ ਕੌਰ ਖਾਲਸਾ ਸਾਡੇ ਪਰਿਵਾਰ ਦੇ ਵਿੱਚ ਉਹ ਖਾਲਸਾ ਪੈਦਾ ਹੋਇਆ। ਉਸ ਤੋਂ ਬਾਅਦ ਮੈਨੂੰ ਛੋਟੀ ਉਮਰੇ ਹੀ ਮੈਨੂੰ ਲੱਗਣ ਲੱਗ ਗਈ ਕਿ ਮੈਂ ਇਸ ਪਰਿਵਾਰ ਨੂੰ ਕਿ ਆਪਣੇ ਇਸ ਜਿਹੜਾ ਸਾਡਾ ਪਰਿਵਾਰ ਜਿਹੜਾ ਉਲਝਿਆ ਹੋਇਆ ਵਾ, ਜਿਨ੍ਹਾਂ ਨੂੰ ਕੁਝ ਗੁਰਬਾਣੀ ਦਾ ਪਤਾ ਹੀ ਨਹੀਂ ਆ ਕਿ ਗੁਰਬਾਣੀ ਕੀ ਹੈ, ਮਰਿਆਦਾ ਕੀ ਹੈ। ਸਾਡੇ ਫਾਦਰ ਸਾਹਿਬ ਜੀ ਵੀ ਕੁਝ ਨਹੀਂ ਸੀ ਪਤਾ, ਵੀ ਨਸ਼ਾ ਪੱਤਿਆਂ ਦੇ ਵਿੱਚ ਇੰਨਾ ਉਲਝਣ ਹੋ ਗਏ ਸੀਗੇ ਵੀ ਸਾਡੇ। ਫਿਰ ਗੁਰੂ ਸਾਹਿਬ ਜੀ ਨੇ ਮੇਰੇ 'ਤੇ ਕਿਰਪਾ ਕੀਤੀ, ਅਸੀਸਾਂ ਬਖਸ਼ੀਆਂ। ਫਿਰ ਗੁਰੂ ਸਾਹਿਬ ਜੀ ਨੇ ਮੈਨੂੰ ਕੀਰਤਨ ਦੀ ਲਗਨ ਜਿਹੜੀ ਮੇਰੀ ਅੰਦਰੋਂ ਫੁਰਨਾ ਉੱਠਿਆ ਕਿ ਮੈਂ ਕੀਰਤਨ ਦੀ ਦਾਤ ਲਵਾਂ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਤੁਸੀਂ ਇਸ ਟਾਈਮ ਰਹਿੰਦੇ ਹੋ? ਅਸੀਂ ਹੁਣ ਇਸ ਟਾਈਮ ਤੇ ਮੇਰੇ ਵੀਰ ਜੀ, ਮੇਰੇ ਫਾਦਰ ਸਾਹਿਬ, ਮੇਰੀ ਮੰਮੀ ਜੀ, ਮੇਰੀਆਂ 2 ਭੈਣਾਂ ਉਹ ਵਿਆਹੀਆਂ ਨੇ ਔਰ ਮੈਂ ਛੋਟੀ ਹਾਂ ਸਾਰਿਆਂ ਤੋਂ। ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਤੱਕ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਮੈਂ 7 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤਪਾਨ ਕੀਤਾ
ਦਸਤਾਰ ਸਜਾਈ। ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਤਲਬ ਕਿ ਮੈਨੂੰ ਮੇਰੇ ਅੰਦਰ ਇੱਕ ਚਾਹਤ ਪੈਦਾ ਹੋਈ ਕਿ ਸਾਡੇ ਘਰ ਦੀ ਜਿਸ ਤਰ੍ਹਾਂ ਦੀ ਹਾਲਤ ਸੀ ਗਰੀਬੀ ਦੇ, ਨਸ਼ਿਆਂ ਪੱਤਿਆਂ ਦੇ ਵਿੱਚ ਸ਼ਰੇਆਮ ਸ਼ਰਾਬਾਂ ਨਿਕਲਣੀਆਂ, ਪੁਲਿਸ ਨੇ ਆਣ ਕੇ ਪੈ ਜਾਣਾ, ਕਦੀ ਫਾਦਰ ਸਾਹਿਬ ਨੂੰ ਫੜ ਕੇ ਲੈ ਜਾਣਾ, ਬੜਾ ਕੁਝ ਹੁੰਦਾ ਰਿਹਾ ਮੇਰੀ ਅੱਖਾਂ ਦੇ ਵਿੱਚ। ਸਾਡੇ ਪਰਿਵਾਰ ਨੇ ਸਾਰੀ ਰਾਤ ਸੌਣਾ ਨਾ ਕਿ ਸਾਡੇ ਫਾਦਰ ਸਾਹਿਬ ਨੂੰ ਲੈ ਗਏ ਨੇ, ਪਤਾ ਨਹੀਂ ਕੀ ਹੁੰਦਾ ਹੋਊਗਾ ਉਹਨਾਂ ਦੇ ਨਾਲ। ਫਿਰ ਹੌਲੀ ਹੌਲੀ ਜਦੋਂ ਕੀਰਤਨ ਦੀ ਚਾਹਤ ਪੈਦਾ ਹੋਈ, ਮੇਰੀ ਮਾਤਾ ਜੀ ਨੇ ਮੈਨੂੰ ਨਾਲ ਲੈ ਕੇ ਭਿੱਖੀਵਿੰਡ ਦੇ ਵਿੱਚ ਕਲਾਸ ਸ਼ੁਰੂ ਹੋਈ ਸੀਗੀ ਕੀਰਤਨ ਦੀ, ਤਰਨਤਾਰਨ ਸਾਹਿਬ ਤੋਂ ਆਉਂਦੇ ਹੁੰਦੇ ਸੀਗੇ ਸਿਖਾਉਣ ਵਾਸਤੇ। ਫਿਰ ਹੌਲੀ ਹੌਲੀ ਸਾਨੂੰ ਮੇਰੀ ਮਦਰ ਨੇ ਲੈ ਕੇ ਜਾਇਆ ਕਰਨਾ ਕਲਾਸਾਂ ਦੇ ਵਿੱਚ। ਅਸੀਂ ਪੈਦਲ ਚੱਲ ਕੇ ਇੱਥੋਂ 4-5 ਕਿਲੋਮੀਟਰ ਅਸੀਂ ਜਾ ਕੇ ਜਿਹੜੀ ਕੀਰਤਨ ਦੀ ਕਲਾਸ ਲਗਵਾਇਆ ਕਰਨੀ। ਤੇ ਉਸ ਤੋਂ ਬਾਅਦ ਸਾਡਾ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੈਦਲ ਅਸੀਂ ਚੱਲਦੇ ਪਏ ਸੀਗੇ, ਥੋੜਾ ਸੈਟਿੰਗ ਦੇ ਵਿੱਚ ਆਉਣ ਲੱਗਾ। ਤੇ ਜਿਸ ਤਰ੍ਹਾਂ ਇਤਿਹਾਸਕ ਤੁਹਾਡਾ ਪਿੰਡ ਆ ਜੀ, ਤੇ ਕੋਈ ਪਿੰਡ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ ਕਿ ਇੱਕ ਪਿੰਡ ਦੀ ਜਿਹੜੀ ਆ ਬੱਚੀ ਆ ਗੁਰੂ ਘਰ ਦੇ ਨਾਲ ਜੁੜ ਰਹੀ ਆ, ਜਾਂ ਪਿੰਡ ਤੋਂ ਇਲਾਵਾ ਕਿਸੇ ਨੇ ਤੁਹਾਡੀ ਜਿਹੜੀ ਆ ਇੰਨੀ ਕੁ ਮਦਦ ਕੀਤੀ ਹੋਵੇ ਕਿ ਜੋ ਜ਼ਿੰਦਗੀ ਭਰ ਤੁਹਾਨੂੰ ਯਾਦ ਰਹੇ? ਵੇਖੋ ਜੀ, ਆਪਾਂ ਗੁਰਬਾਣੀ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਵੀ ਹੈ ਗੁਰੂ ਨਾਨਕ ਦੇਵ ਜੀ ਨੇ, ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾਨ। ਜੇ ਗੱਲ ਕਰੀਏ ਪਿੰਡ ਦੀ, ਤੇ ਉਹ ਤਾਂ ਸਾਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਪਿੰਡ ਦੀ ਸਪੋਰਟ ਕਿੰਨੀ ਕੁ ਹੁੰਦੀ ਹੈ। ਜੇ ਪਿੰਡ ਸਪੋਰਟ ਕਰਨ ਲੱਗ ਜਾਵੇ ਤੇ ਅੱਜ ਦੀਆਂ ਧੀਆਂ ਭੈਣਾਂ ਨੂੰ ਉਹ ਜੇ ਮਤਲਬ ਕਿ ਜਿਹੜੇ ਬਾਹਰ ਅੰਦਰ ਜਾ ਕੇ ਕੈਨੇਡਾ ਦੇ ਵਿੱਚ ਬੈਠੀਆਂ ਨੇ, ਜਾਂ ਅਸੀਂ ਜਾ ਕੇ ਜੌਬ ਕਰਦੇ ਹਾਂ, ਪਰ ਉਹਨਾਂ ਨੂੰ ਪਿੰਡ ਦੀ ਸਪੋਰਟ ਮਿਲ ਜਾਵੇ ਤਾਂ ਸਰਕਾਰੀਆਂ ਨੌਕਰੀਆਂ ਸਾਨੂੰ ਇੱਥੇ ਹੀ ਮਿਲ ਸਕਦੀਆਂ ਨੇ। ਪਰ ਮੈਂ ਗੁਰੂ ਸਾਹਿਬ ਤੋਂ ਡਰ ਕੇ ਕਹਿੰਦੀ ਹਾਂ, ਸਾਡੇ ਨਾਲ ਕੋਈ ਪਿੰਡ ਦੀ ਸਪੋਰਟ ਨਹੀਂ ਰਹੀ। ਬਾਹਰਲੀਆਂ ਸੰਸਥਾ ਸਾਡੇ ਸਤਿਕਾਰਯੋਗ ਭਾਈ ਸੁਖਵੰਤ ਸਿੰਘ ਜੀ, ਹੋਰ ਸਾਡੇ ਵਿਦਵਾਨ ਜਿਨ੍ਹਾਂ ਨੇ ਬੜੀ ਹੈਲਪ ਕੀਤੀ ਹੈ ਮੇਰੇ ਨਾਲ ਮੋਢਾ ਜੋੜ ਕੇ ਖੜੇ ਰਹੇ ਨੇ, ਮੇਰੇ ਸਿਰ ਤੇ ਹੱਥ ਰੱਖਦੇ ਰਹੇ ਨੇ ਕਿ ਬੇਟਾ ਤੁਸੀਂ ਡੋਲਣਾ ਨਹੀਂ, ਅਸੀਂ ਤੁਹਾਡੇ ਨਾਲ ਆ। ਰਹੀ ਗੱਲ ਪਿੰਡ ਦੀ ਸਾਨੂੰ ਕੋਈ ਸਪੋਰਟ ਨਹੀਂ ਰਹੀ। ਕਦੀ ਬੇਟੇ ਜਾਂ ਬੇਟੀਆਂ ਦੇ ਵਿੱਚ ਤੁਹਾਨੂੰ ਵੀ ਲੱਗਾ ਕਿ ਪੱਖਪਾਤ ਹੁੰਦਾ? ਵੇਖੋ ਜੀ, ਬੇਟੀ ਜੇ ਤੁਸੀਂ ਕਹੀਏ ਜੇ ਆਪਾਂ ਗੱਲ ਕਰੀਏ ਬੇਟੀ ਦੀ, ਵੀ ਉਹ ਬੇਟੀ ਇਹ ਕੁਝ ਕਰ ਨਹੀਂ ਸਕਦੀ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਗੱਲ ਕਰੀਏ ਇੱਕ ਔਰਤ ਵੀ ਇੱਕ ਬੜੀ ਵੱਡੀ ਦੇਣ ਹੈ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਕਿ ਇੱਕ ਔਰਤ ਨੂੰ ਵੀ ਜਜ਼ਬਾ ਵਿਖਾਉਣਾ ਪੈਂਦਾ ਹੈ ਕਿ ਜਦੋਂ ਉਹ ਆਪਣੇ ਹਾਲਾਤਾਂ ਦੇ ਨਾਲ ਲੜਦੀ ਹੈ ਨਾ, ਉਸ ਨੂੰ ਵੀ ਇੱਕ ਮਰਦ ਬਣਨਾ ਪੈਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਉਹ ਤਾਕਤ ਮੇਰੇ ਵਿੱਚ ਪੈਦਾ ਕੀਤੀ ਸੀਗੀ ਕਿ ਜੋ ਅੱਜ ਮੈਂ ਇਸ ਮਤਲਬ ਕਿ ਗਰੀਬੀ ਦੇ ਨਾਲ ਲੜ ਕੇ ਅੱਜ ਇੱਥੋਂ ਤੱਕ ਅਸੀਂ ਪਹੁੰਚੇ ਹਾਂ। ਕਿਉਂਕਿ ਇੱਕ ਔਰਤ ਨੂੰ ਜਜ਼ਬਾ ਹੋਣਾ ਚਾਹੀਦਾ ਹੈ, ਕੇਵਲ ਗੁਰੂ ਮਹਾਰਾਜ ਦਾ ਆਸਰਾ ਹੋਣਾ ਚਾਹੀਦਾ ਹੈ, ਕਿਸੇ ਦੀ ਮਜਾਲ ਨਹੀਂ ਹੈ ਉਹ ਕਿਸੇ ਵੱਲ ਅੱਖ ਚੁੱਕ ਜਾਏ। ਜਦੋਂ ਸਟੇਜਾਂ ਦੇ ਉੱਤੇ ਤੁਹਾਨੂੰ ਮਾਨ ਸਨਮਾਨ ਮਿਲਦਾ ਹੈ, ਇੱਕ ਤੁਸੀਂ ਕੀਰਤਨ ਵਧੀਆ ਕਰਦੇ ਹੋ, ਤੇ ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਦੇਖੋ ਜੀ, ਜਦੋਂ ਸਾਨੂੰ ਗੁਰਬਾਣੀ ਦੇ ਨਾਲ ਅਸੀਂ ਜੁੜੇ ਹਾਂ, ਗੁਰੂ ਸਾਹਿਬ ਜੀ ਨੇ ਸਾਨੂੰ ਜੋੜਿਆ ਹੈ, ਜਦੋਂ ਸਾਨੂੰ ਬਾਹਰਲੀਆਂ ਸਟੇਜਾਂ ਤੇ ਬੜਾ ਮਾਣ ਸਤਿਕਾਰ ਮਿਲਦਾ ਹੈ ਕਿ ਪਹੂਵਿੰਡ ਸਾਹਿਬ ਤੋਂ ਕੀਰਤਨੀ ਜਥਾ ਆਇਆ ਹੈ, ਤੇ ਓਨੀ ਸਾਨੂੰ ਸਪੋਰਟ ਪਿੰਡ ਤੋਂ ਨਹੀਂ ਮਿਲੀ ਜਿੰਨੀ ਸਾਨੂੰ ਬਾਹਰੋਂ ਮਿਲਦੀ ਹੈ। ਬੜਾ ਮਾਣ ਮਹਿਸੂਸ ਹੁੰਦਾ ਹੈ, ਆਪਣੇ ਆਪ ਨੂੰ ਖਾਲਸਾ ਰੂਪ ਵਿਖਾਈਦਾ ਹੈ ਕਿ ਗੁਰੂ ਸਾਹਿਬ ਜੀ ਨੇ ਬੜਾ ਤਰਸ ਕੀਤਾ, ਬੜੀ ਰਹਿਮਤ ਕੀਤੀ ਹੈ ਸਾਡੇ ਤੇ ਜੋ ਅਸੀਂ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀਰਤਨ ਕਰਦੇ ਹਾਂ। ਹੁਣ ਜਿਹੜੇ ਪਰਿਵਾਰ ਦੇ ਹਾਲਾਤ ਹੁਣ ਕਿਹੋ ਜਿਹੇ ਤੇ ਪਹਿਲਾਂ ਜਿਹੜੇ ਉਹ ਕਿਹੋ ਜਿਹੇ ਸੀ? ਪਹਿਲਾਂ ਤਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਪਹਿਲਾਂ ਜੋ ਸਾਡੇ ਘਰ ਹਾਲਾਤ ਸੀ ਵੀ ਸਾਡੇ ਘਰ ਇੱਕ ਟਾਈਮ ਰੋਟੀ ਪੱਕਦੀ ਸੀ, ਇੱਕ ਟਾਈਮ ਨਹੀਂ ਸੀ ਪੱਕਦੀ। ਅਸੀਂ ਪੈਦਲ ਚੱਲ ਕੇ, ਅਸੀਂ ਬੜੀਆਂ ਕਠਿਨਾਵਾਂ ਦੇ ਵਿੱਚੋਂ ਨਿਕਲ ਕੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਦੇ ਨਾਲ, ਅੱਜ ਸਾਡੇ ਪਰਿਵਾਰ ਤੇ ਕਿਰਪਾ ਹੋਈ ਹੈ ਤੇ ਗੁਰੂ ਸਾਹਿਬ ਦੀ ਅੱਗੇ ਵੀ ਆਸ ਹੈ ਵੀ ਅੱਗੇ ਵੀ ਸਾਡੇ ਦੀ ਕਿਰਪਾ ਹੁੰਦੀ ਰਹੇਗੀ। ਹੁਣ ਫਾਦਰ ਸਾਹਿਬ ਦਾ ਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸੀ? ਮੇਰੇ ਫਾਦਰ ਸਾਹਿਬ ਜੀ ਨੂੰ ਅੱਜ 15 ਸਾਲ ਹੋ ਗਏ ਨੇ ਜਿਹੜੇ ਉਹਨਾਂ ਨੇ ਅੱਜ ਅੰਮ੍ਰਿਤਪਾਨ ਕੀਤਾ ਹੈ। 15 ਸਾਲ ਤੋਂ ਲੈ ਕੇ ਹੁਣ ਤੱਕ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ। ਮੇਰੇ ਫਾਦਰ ਸਾਹਿਬ ਜੀ ਦਾ, ਮੇਰੇ ਮਦਰ ਜੀ ਦਾ ਔਰ ਮੇਰੇ ਜਿਹੜੇ ਬ੍ਰਦਰ ਨੇ ਬੜਾ ਸਾਥ ਰਿਹਾ ਹੈ ਮੇਰਾ ਉਹਨਾਂ ਦੇ ਨਾਲ। ਉਹਨਾਂ ਨੇ ਇੱਕ ਮੈਨੂੰ ਲੜਕੀ ਕਰਕੇ ਨਹੀਂ, ਇੱਕ ਲੜਕੇ ਕਰਕੇ ਜਿੱਥੇ ਵੀ ਉਹਨਾਂ ਨੇ ਮੈਨੂੰ ਭੇਜਣਾ ਵਾ ਵੀ ਸਾਡਾ ਪੁੱਤ ਚੱਲਿਆ ਹੈ ਤੇ ਇਹ ਡਟ ਕੇ ਚੱਲਿਆ ਹੈ ਤੇ ਡਟ ਕੇ ਕਮਾਈ ਕਰਕੇ ਲੈ ਕੇ ਆਵੇਗਾ। ਹੋਰਨਾਂ ਧੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਯੁੱਗ ਵਿੱਚ ਜਿਹੜੀਆਂ ਧੀਆਂ ਅਸਕਰ ਹੀ ਉਹ ਪਿੱਛੇ ਰਹਿ ਜਾਂਦੀਆਂ? ਕਈ ਧੀਆਂ ਆਪਣੇ ਹਾਲਾਤਾਂ ਦੇ ਨਾਲ ਲੜ ਕੇ ਪਿੱਛੇ ਰਹਿ ਜਾਂਦੀਆਂ ਨੇ ਤੇ ਕਈਆਂ ਨੂੰ
ਮੈਂ ਕੁਝ ਕਹਿਣਾ ਤਾਂ ਨਹੀਂ ਚਾਹਾਂਗੀ ਇੱਥੇ, ਪਰ ਸੋਚਣਾ ਚਾਹੀਦਾ ਹੈ ਕਿ ਜੋ ਸਾਡੇ ਪਰਿਵਾਰ ਦੇ ਹਾਲਾਤ ਹੁੰਦੇ ਨੇ ਉਹਨਾਂ ਦੇ ਨਾਲ ਰਲ ਕੇ ਸਹਿਮਤੀ ਦੇ ਨਾਲ ਗੁਰੂ ਸਾਹਿਬ ਜੀ ਦਾ ਆਸਰਾ ਲੈ ਕੇ ਤੇ ਇਹ ਜਿਹੜਾ ਵੀ ਸਾਡੇ ਨਾਲ ਟਾਈਮ ਤੇ ਦੁੱਖ ਮੁਸੀਬਤ ਬਣਿਆ ਹੈ, ਸਾਨੂੰ ਨਾਲ ਇਕੱਤਰ ਹੋ ਕੇ ਪਰਿਵਾਰ ਦੇ ਨਾਲ ਰਹਿ ਕੇ ਦੁੱਖ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ। ਤੇ ਧੀਆਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ, ਸੁਣਨ ਦੇ ਵਿੱਚ ਵੀ ਆਇਆ ਆਤਮ ਹੱਤਿਆ ਵੀ ਹੋ ਜਾਂਦੀ, ਦੁਖੀ ਹੋ ਕੇ ਬੜਾ ਕੁਝ ਹੋ ਜਾਂਦਾ ਹੈ, ਪਰ ਨਹੀਂ, ਜਿਨ੍ਹਾਂ ਨੇ ਗੁਰਬਾਣੀ ਤੇ ਆਸਰਾ ਰੱਖਿਆ ਹੈ ਨਾ, ਉਹ ਕਦੀ ਵੀ ਨਹੀਂ ਡੋਲਦਾ। ਪੰਜਾਬ ਤਰਨਤਾਰਨ, ਪੰਜਾਬੋਂ ਬਾਹਰ ਯੂਪੀ, ਹਰਿਆਣਾ ਤੇ ਤੁਸੀਂ ਅਸਕਰ ਹੀ ਜਿਹੜੇ ਆ ਆਪਣੀ ਸੇਵਾ ਦਿੰਦੇ ਰਹਿੰਦੇ ਹੋ, ਤੇ ਇਸ ਤੋਂ ਇਲਾਵਾ ਕਦੀ ਬਾਹਰ ਦਾ ਟੂਰ ਵੀ ਲੱਗਾ ਵਿਦੇਸ਼ ਦਾ? ਨਹੀਂ ਜੀ, ਸਾਡੇ ਗਰੀਬੀ ਹੋਣ ਕਰਕੇ ਬੜੀ ਚਾਹਤ ਹੈ ਮਨ ਦੇ ਵਿੱਚ ਵੀ ਅਸੀਂ ਵੀ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਗੁਰਬਾਣੀ ਕੀਰਤਨ ਦਾ ਜਸ ਗਾਵਾਂਗੇ, ਪਰ ਅੱਜ ਤੱਕ ਸਾਨੂੰ ਕੋਈ ਸਪੋਰਟ ਨਹੀਂ ਮਿਲੀ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਅਸੀਂ ਜਿਹੜਾ ਵੀ ਕੀਰਤਨ ਬਾਹਰ ਵੀ ਸੇਵਾ ਕਰ ਸਕੀਏ। ਪਰ ਮੇਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਕਿਰਪਾ ਕਰਨ, ਸਾਡੀ ਵੀ ਹਾਜ਼ਰੀ ਜਿਹੜੀ ਬਾਹਰਲੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਲੱਗ ਸਕੇ। ਜਿਸ ਤਰ੍ਹਾਂ ਸਾਡੀਆਂ ਬਾਹਰ ਸੰਸਥਾਵਾਂ ਹੈ ਜਾਂ ਸਾਡੇ ਵੀਰ ਬਾਹਰ ਗਏ ਆ, ਉੱਥੇ ਉਹ ਚਾਹੁੰਦੇ ਆ ਕਿ ਅਸੀਂ ਵੀ ਜਿਹੜਾ ਪੰਜਾਬ ਤੋਂ ਕੋਈ ਜਥਾ ਮੰਗਾ ਕੇ ਇੱਥੇ ਜਿਹੜੀ ਆ ਸੇਵਾ ਲਈਏ, ਤੇ ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ ਜਾਂ ਤੁਹਾਡੇ ਕੋਈ ਜਥੇ ਦਾ ਨੰਬਰ ਹੋਵੇ, ਤੇ ਜੇ ਤੁਸੀਂ ਚਾਹੋ ਤੇ ਉਹ ਬੋਲ ਸਕਦੇ ਜੀ। ਮੇਰੀ ਆਈਡੀ ਵੀ ਹੈਗੀ ਹੈ ਫੇਸਬੁੱਕ ਤੇ, ਭੈਣ ਗਗਨਦੀਪ ਕੌਰ ਖਾਲਸਾ, ਔਰ ਮੇਰਾ WhatsApp ਨੰਬਰ ਵੀ ਸਾਡਾ ਚੱਲਦਾ ਹੈ 8263474963। ਤੇ ਅਸੀਂ ਤਾਂ ਇਹੋ ਹੀ ਕਹਿੰਦੇ ਹਾਂ ਕਿ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਅਸੀਂ ਇੱਥੇ ਖੜੇ ਹਾਂ। ਅੱਗੇ ਵੀ ਅਸੀਂ ਸਾਡੇ ਮਨ ਦੇ ਵਿੱਚ ਜੋ ਚਾਹਤ ਨੇ, ਜੋ ਚਾਹ ਨੇ, ਅਸੀਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਕੀਰਤਨ ਕਰੀਏ। ਜੋ ਗੁਰੂ ਸਾਹਿਬ ਜੀ ਨੇ ਸਾਨੂੰ ਇੰਨਾ ਨਾਮ ਬਖਸ਼ਿਆ ਹੈ, ਸਾਡਾ ਨਾਮ ਜਿਹੜਾ ਹੋਰ ਅੱਗੇ ਵੱਧ ਸਕੇ। ਤੇ ਮੈਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਕਿਰਪਾ ਕਰਕੇ ਸਾਨੂੰ ਵੀ ਕਿਤੇ ਨਾ ਕਿਤੇ ਬਾਹਰਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੇਵਾਵਾਂ ਦਾ ਮੌਕਾ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ ਦੀਆਂ ਗੱਲਾਂ ਜਿਹੜੀਆਂ ਉਹ ਬਹੁਤ ਹੀ ਵਧੀਆ ਅਤੇ ਇੱਕ ਸਿੱਖਿਆ ਦਿੰਦੀਆਂ ਕਿ ਕਿਸ ਤਰ੍ਹਾਂ ਉਹਨਾਂ ਜਿਹੜਾ ਛੋਟੇ ਜਿਹੇ ਪਰਿਵਾਰ ਤੋਂ ਆਪਣਾ ਜਿਹੜਾ ਜੀਵਨ ਦੀ ਸ਼ੁਰੂਆਤ ਕੀਤੀ ਤੇ ਅੱਜ ਬਹੁਤ ਵਧੀਆ ਲੈਵਲ ਤੇ ਆ, ਤੇ ਇਹਨਾਂ ਜਿਹੜਾ ਉਹਨਾਂ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਸੰਘਰਸ਼ ਨਾਲ ਜਿਹੜਾ ਉਹ ਲੜੇ ਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਸਤਿਕਾਰ ਕਮੇਟੀ ਪੰਜਾਬ, ਜੋ ਅੱਜ ਨਗਰ ਪਹੁਵਿੰਡ ਸਾਹਿਬ ਵਿਖੇ ਇਹ ਗਗਨਦੀਪ ਕੌਰ ਜੋ ਇਹ ਸ਼ਬਦ ਕੀਰਤਨ ਦੀ ਸੇਵਾ ਨਿਭਾਉਂਦੀ ਆ, ਬਹੁਤ ਵਧੀਆ ਸੱਚ ਦੇ ਬੋਲਣ ਦਾ ਪਹਿਰਾ ਵੀ ਦਿੰਦੀ ਆ, ਤੇ ਜੋ ਇੱਧਰ ਦੀਆਂ ਸੰਗਤਾਂ ਉਹ ਸਹਿਯੋਗ ਪੂਰਾ ਦਿੰਦੀਆਂ, ਮਾਣ ਸਤਿਕਾਰ ਵੀ ਕਰਦੀਆਂ ਇਸ ਬੇਟੀ ਦੀਆਂ। ਪਰ ਕੁਝ ਇਸ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਅੰਮ੍ਰਿਤਧਾਰੀ ਦੇ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਬਹੁਤ ਜੁੜਿਆ ਹੋਇਆ ਹੈ। ਪਰ ਸਾਡੀ ਕੁਝ ਸਾਡੇ ਅੰਦਰ ਦੀ ਜਿਹੜੀ ਆ ਆਵਾਜ਼ ਇਹ ਆ ਕਿ ਜਿਹੜੀਆਂ ਸਾਡੀਆਂ ਬਾਹਰ ਦੇਸ਼ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਹੈ, ਕੁਝ ਇਸ ਬੇਟੀ ਦਾ ਸਹਿਯੋਗ ਦੇਣ, ਜੋ ਕਿ ਇਹ ਵੀ ਤੁਹਾਨੂੰ ਉਧਰ ਜਿਹੜੇ ਬਾਹਰ ਸਾਡੇ ਪੰਜਾਬੀ ਵੀਰ ਨੇ ਉਹ ਵੀ ਇਹਨਾਂ ਦਾ ਸ਼ਬਦ ਕੀਰਤਨ ਸੁਣ ਤੇ ਪਤਾ ਚੱਲੇ ਕਿ ਇਹ ਵਾਕਿਆ ਹੀ ਸੱਚ ਬੋਲਦੇ। ਐਡੀ ਮਿੱਠੀ ਆਵਾਜ਼ ਜੋ ਇਸੇ ਛੋਟੇ ਜਿਹੇ ਪਿੰਡ 'ਚ ਜੀ ਦੱਬੀ ਹੋਈ ਤੇ ਪੰਜਾਬ ਦੇ ਵਿੱਚ ਹੀ ਸੁਣ ਤੇ ਵੇਖਿਆ, ਪਰ ਜਿਹੜੀ ਇਹ ਆਵਾਜ਼ ਬਾਹਰ ਤੱਕ ਵੀ ਗੂੰਜਣੀ ਚਾਹੀਦੀ। ਕੀ ਸਹਿਯੋਗ ਮੰਗਦੇ, ਕੀ ਸਹਿਯੋਗ ਸੰਗਤਾਂ ਤੋਂ ਸਾਡਾ ਇਹੋ ਹੀ ਆ ਜੀ, ਹੱਥ ਜੋੜ ਕੇ ਬੇਨਤੀ ਆ ਕਿ ਜੋ ਐਡੀ ਸੱਚ ਦੇ ਚੱਲਣ ਵਾਲੀ ਬੱਚੀ ਜੋ ਕੀਰਤਨ ਦੇ ਵਿੱਚ ਵੀ ਬਹੁਤ ਸੱਚਾਈ ਬੋਲਦੀ ਆ, ਉਹ ਸਾਡੀਆਂ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਇਹ ਜਿਹੜੇ ਸਾਡੇ ਬਾਹਰ ਵੀਰ ਵਸਦੇ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਉਹ ਵੀ ਇਹਨਾਂ ਨਾਲ ਸਹਿਯੋਗ ਦੇਣ ਤੇ ਇਹਨਾਂ ਨੂੰ ਸ਼ਬਦ ਕੀਰਤਨ ਇਹ ਆਪਣੇ ਸੁਣਨ ਵਾਸਤੇ ਇੱਕ ਮੌਕਾ ਜਿਹੜਾ ਬਾਹਰ ਦਾ ਮੌਕਾ ਜ਼ਰੂਰ ਦੇਣ। ਕਦੀ ਬੇਟੇ ਜਾਂ ਬੇਟੀ ਦੇ ਵਿੱਚ ਫਰਕ ਨਹੀਂ ਸਮਝਿਆ ਤੁਸੀਂ? ਨਹੀਂ, ਆਈ ਨੇ ਸਾਡਾ ਪੁੱਤ ਆ, ਧੀ ਦੀ ਸਾਡਾ ਦੂਜਾ ਮੇਰਾ ਪੁੱਤ ਆ, ਜਿਉਂ ਸਾਡੀ ਧੀ ਹੈ ਸਾਡੇ ਪੁੱਤ ਕਰਮਾਂ ਸਾਡੇ ਘਰ ਆਏ ਆ, ਇਹਨੇ ਅੰਮ੍ਰਿਤਧਾਰੀ ਹੋ ਕੇ ਦੋਵੇਂ ਭੈਣ ਭਰਾ, ਫਿਰ ਸਾਡੇ ਮਹਾਰਾਜ ਨੇ ਫਿਰ ਸਾਡੇ ਦਿਨ ਸੁਣ ਲਏ। ਫਿਰ ਇਹ ਜਿਹੜਾ ਪਾਪਾ ਆਂਦਾ ਮੈਂ ਅੰਮ੍ਰਿਤ ਛਕ ਲੈਣਾ, ਆਪੇ ਹੀ ਗਿਆ ਅੰਮ੍ਰਿਤ ਛਕਣਾ ਹੀ ਨਹੀਂ ਉਹਨੂੰ ਕਿਹਾ ਛਕ ਲਾ। ਫਿਰ ਮਹਾਰਾਜ ਨੇ ਸਾਡੇ ਘਰ ਵਿੱਚ ਸਭ ਕੁਛ ਮਹਾਰਾਜ ਦੇ ਦਿੱਤਾ। ਅੱਜ ਹੋਰ ਭਰ ਕੇ ਇਹ ਸਾਡਾ ਪੁੱਤ ਆ ਕਰਮਾਂ ਵਾਲਾ, ਇਹਦੇ ਪੈਰਾਂ ਪਿੱਛੇ ਅੱਜ ਅਸੀਂ ਸੁੱਖ
ਅੱਜ ਤੁਸੀਂ ਬੇਟੀ ਦੀਆਂ ਪ੍ਰਾਪਤੀਆਂ ਤੋਂ ਕਿੰਨਾ ਕੁ ਤੁਹਾਨੂੰ ਜਿਹੜਾ ਸੁਖਤ ਮਹਿਸੂਸ ਹੁੰਦਾ ਤੇ ਖੁਸ਼ੀ ਮਹਿਸੂਸ ਬਹੁਤ ਹੁੰਦੀ? ਜ਼ਿਆਦਾ ਪੁੱਤ ਅਸੀਂ ਤੇ ਮਾਰ ਸਾਡੇ ਘਰ ਗੁਰੂ ਰੱਬ ਹੀ ਆਇਆ, ਧੀ ਨਹੀਂ ਆਈ। ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਧੀਆਂ ਨਾਲ ਵਿਤਕਰਾ ਕਰਦੇ ਆ ਤੇ ਪੁੱਤਾਂ ਨੂੰ ਜ਼ਿਆਦਾ ਜਿਹੜਾ ਉਹ ਅੱਗੇ ਰੱਖਦੇ ਆ? ਅਸੀਂ ਇਹ ਪੁੱਤ ਚਾਹੁੰਦੇ ਆ ਵੀ ਧੀਆਂ ਨੂੰ ਪੁੱਤ ਕਰਕੇ ਸਮਝਣ, ਧੀਆਂ ਨਾ ਕਰਕੇ ਸਮਝਣ।